ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ TV 84 ਦੇ ਨਾਲ ਵੀਡੀਓ ਜਿਸ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਹਫਤੇ ਜੂਨ 84 ਦੇ ਘੱਲੂਘਾਰੇ ਦੀ ਦੁਖਦ ਯਾਦ ਦੀ 30ਵੀਂ ਵਰ੍ਹੇਗੰਢ ਦੁਨੀਆ ਭਰ ਦੇ ਸਿੱਖਾਂ ਵੱਲੋਂ ਅੱਡ-ਅੱਡ ਤਰੀਕੇ ਨਾਲ ਮਨਾਈ ਗਈ। ਅਲੱਗ-ਅਲੱਗ ਥਾਵਾਂ ਤੇ ਰੋਸ ਵਿਖਾਵੇ ਹੋਏ, ਸੈਮੀਨਾਰਸ ਹੋਏ, ਵਿਖਾਵੇ ਹੋਏ ਅਤੇ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਵੀ ਕੀਤੇ ਗਏ। ਨਿਊਯਾਰਕ ਵਿੱਚ ਵੀ ਇਸ ਸੰਬੰਧੀ ਮਾਰਚ ਹੋਇਆ। ਲੰਡਨ, ਫਰੈਂਕਫਰਟ, ਪੈਰਿਸ, ਸਿਡਨੀ ਆਦਿ ਸ਼ਹਿਰਾਂ ਵਿੱਚ ਵੀ ਜ਼ੋਰਦਾਰ ਵਿਖਾਵੇ ਹੋਏ। ਅਮਰੀਕਾ ਵਿੱਚ ਨਿਊਯਾਰਕ ਸਿਟੀ ਤੋਂ ਇਲਾਵਾ ਸ਼ਿਕਾਗੋ ਤੇ ਸੈਨ ਫਰਾਂਸਿਸਕੋ ਵਿੱਚ ਵੀ ਇਸ ਸੰਬੰਧੀ ਪ੍ਰੋਟੈਸਟ ਹੋਇਆ। 8 ਜੂਨ ਨੂੰ ਜੂਨ 84 ਦੇ ਘੱਲੂਘਾਰੇ ਨੂੰ ਸਮਰਪਿਤ ਸੈਨ ਫਰਾਂਸਿਸਕੋ ਵਿੱਚ ਕੈਲੀਫੋਰਨੀਆ ਦੇ ਗੁਰਦੁਆਰਿਆਂ ਦੇ ਸਾਂਝੇ ਯਤਨਾਂ ਨਾਲ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ, ਜਿਸ ਵਿੱਚ 15,000 ਤੋਂ ਵੀ ਜ਼ਿਆਦਾ ਸਿੱਖਾਂ ਨੇ ਸ਼ਮੂਲੀਅਤ ਕੀਤੀ। ਪਰ ਅਫਸੋਸ ਕਿ 6 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਏ ਸ਼ਹੀਦੀ ਸਮਾਗਮ ਵਿੱਚ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੇ ਮਾੜੇ ਵਤੀਰੇ ਕਾਰਨ ਹਿੰਸਕ ਘਟਨਾਵਾਂ ਵਾਪਰੀਆਂ, ਜਿਸ ਨਾਲ ਸਿੱਖ ਕੌਮ ਦੀ ਦੁਨੀਆ ਭਰ ਵਿੱਚ ਬਦਨਾਮੀ ਹੋਈ। ਭਾਰਤੀ ਏਜੰਸੀਆਂ ਆਪਣੀ ਇਸ ਸਾਜ਼ਿਸ਼ ਵਿੱਚ ਕਾਮਯਾਬ ਹੋਈਆਂ ਕਿ 30 ਸਾਲ ਬਾਅਦ ਸਿੱਖਾਂ ਵਿੱਚ ਅੱਜ ਵੀ ਖਾਲਿਸਤਾਨ ਦੀ ਮੰਗ ਨੂੰ ਉਹਨਾਂ ਨੇ ਸਾਈਡ ਟਰੈਕ ਕਰਕੇ ਸਿੱਖਾਂ ਦਾ ਹਿੰਸਕ ਇਮੇਜ ਉਭਾਰਿਆ। ਅੱਜ ਅਸੀਂ ਇਸ ਸੰਬੰਧੀ ਦੋ ਅੱਡ-ਅੱਡ ਸ਼ਖਸੀਅਤਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ, ਪਰ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰੀਤਪਾਲ ਸਿੰਘ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਵੀਰ ਜੀ, ਅਕਾਲ ਤਖਤ ਜਿਹੜੀ ਵਾਪਰੀ ਘਟਨਾ ਗੱਲ ਕਰਨ ਤੋਂ ਪਹਿਲਾਂ ਅਸੀਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਜਾਣਨਾ ਚਾਹਾਂਗੇ, ਤੁਸੀਂ ਜੂਨ 84 ਦੇ ਘੱਲੂਘਾਰੇ ਦੀ ਯਾਦ ਵਿੱਚ ਸੈਨ ਫਰਾਂਸਿਸਕੋ ਵਿਖੇ ਆਰਗੇਨਾਈਜ਼ ਕੀਤੇ ਨਗਰ ਕੀਰਤਨ ਬਾਰੇ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ? ਦੇਖੋ, ਇਸ ਸਿਲਸਿਲੇ ਦੇ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਕੈਲੀਫੋਰਨੀਆ ਦੀਆਂ ਜਿਹੜੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਖਾਸ ਤੌਰ ਤੇ ਨਾਰਥਰਨ ਕੈਲੀਫੋਰਨੀਆ ਦੀਆਂ, ਤੇ ਉਹਨਾਂ ਨੇ ਪਿਛਲੇ ਲਗਾਤਾਰ ਲੰਬੇ ਸਮੇਂ ਤੋਂ 2-3 ਮਹੀਨੇ ਤੋਂ ਇਹਦੇ ਵਿੱਚ ਤਿਆਰੀ ਚੱਲ ਰਹੀ ਜੀ, ਔਰ ਸਾਰਾ ਪ੍ਰੋਗਰਾਮ ਤੈਅ ਕਰਕੇ ਸਾਰੇ ਸਿੰਘਾਂ ਵੱਲੋਂ ਬਕਾਇਦਾ ਤਰੀਕੇ ਨਾਲ ਇਹਨੂੰ ਟਿੱਪੜੇ ਚਾੜਿਆ ਗਿਆ। ਔਰ ਜਿਸ ਤਰ੍ਹਾਂ ਤੁਸੀਂ ਦੱਸਿਆ, ਲਗਭਗ 15,000 ਦੇ ਕਰੀਬ ਸੰਗਤਾਂ ਨੇ ਇਹਦੇ ਵਿੱਚ ਹਿੱਸਾ ਲਿਆ। ਉਸ ਦਿਨ ਉਸ ਪ੍ਰੋਗਰਾਮ ਦੇ ਵਿੱਚ ਪੁਰਾਣੀਆਂ ਜੋ ਇਤਿਹਾਸ ਦੀਆਂ ਵੀਡੀਓ ਤੇ ਖਾਸ ਤੌਰ ਤੇ ਵਿਦਵਾਨਾਂ ਵੱਲੋਂ ਲੈਕਚਰ ਦੇ ਕੇ, ਅਤੇ ਜਿਹੜੀ ਖਾਸ ਖਿੱਚ ਦਾ ਕਾਰਨ ਸੀਗਾ ਉਹ ਸੀ ਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਉਹਦੇ 3-4 ਬੁਲਾਰਿਆਂ ਨੇ ਉਹਦੇ ਵਿੱਚ ਹਿੱਸਾ ਲਿਆ, ਜਿਹੜਾ ਕਿ ਬਹੁਤ ਹੀ ਪ੍ਰਭਾਵਿਤ ਹੈ। ਜੀ ਜੀ ਤੇ ਵੀਰ ਜੀ, ਹੁਣ ਅਸੀਂ ਅਕਾਲ ਤਖਤ ਸਾਹਿਬ ਤੇ ਜਿਹੜੀ ਘਟਨਾ ਵਾਪਰੀ ਉਸ ਬਾਰੇ ਗੱਲਬਾਤ ਕਰਦੇ। ਜਿਸ ਤੁਸੀਂ ਜਾਣਦੇ ਹੋ ਕਿ ਪਿਛਲੇ ਹਫਤੇ 6 ਜੂਨ ਨੂੰ ਇਹ ਸਾਰੀ ਘਟਨਾਕ੍ਰਮ ਵਾਪਰੀ, ਜਿਸ ਲਈ ਈਵਨ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਜਿਹੜੀ ਹੈ ਸਰ ਸਿਮਰਨਜੀਤ ਸਿੰਘ ਮਾਨ ਜੀ ਨੂੰ ਦੋਸ਼ੀ ਠਹਿਰਾ ਰਹੀ ਹੈ। ਤੁਸੀਂ ਇਸ ਪੂਰੇ ਘਟਨਾਕ੍ਰਮ ਬਾਰੇ ਕੀ ਕਹਿਣਾ ਚਾਹੋਗੇ? ਤੁਹਾਡੇ ਅੰਦਾਜ਼ੇ ਨਾਲ ਦੋਸ਼ੀ ਕੌਣ ਹੈ? ਦੇਖੋ ਬੀਬਾ ਜੀ, ਇਹ ਸਾਰੇ ਦਾ ਸਾਰਾ ਜਿਹੜਾ ਘਟਨਾਕ੍ਰਮ ਹੋਇਆ ਇਹ ਬਹੁਤ ਹੀ ਅਫਸੋਸਨਾਕ ਹੈ, ਔਰ ਖਾਸ ਤੌਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਾਡਾ ਜੋ ਸਭ ਤੋਂ ਪਵਿੱਤਰ ਸਥਾਨ ਹੈ, ਵੈਸੇ ਤਾਂ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੈ, ਜਿੱਥੇ ਜਾਏ ਬਹਿ ਮੇਰਾ ਗੁਰੂ, ਪਰ ਫਿਰ ਵੀ ਪਬਲਿਕ ਆਈ ਦੇ ਹਿਸਾਬ ਦੇ ਨਾਲ ਉਹ ਕੰਪਲੈਕਸ ਦੇ ਵਿੱਚ ਅਜਿਹੀ ਘਟਨਾ ਦਾ ਘਟਨਾ ਇਹ ਬਹੁਤ ਹੀ ਨਿੰਦਣਯੋਗ, ਮੰਦਭਾਗਾ ਹੈ। ਔਰ ਇਸ ਘਟਨਾ ਨੂੰ ਕਰਾਉਣ ਵਾਲੇ ਲੋਕਾਂ ਨੇ ਇੱਕ ਵਾਰੀ ਫਿਰ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਸਿੱਖ ਜਿਹੜੇ ਆ ਉਹ ਹਿੰਸਾ ਦੀ ਯਕੀਨ ਰੱਖਦੇ ਆ, ਗੱਲਬਾਤ ਦੇ ਨਾਲ ਕੋਈ ਕੰਮ ਨਹੀਂ ਕਰਦੇ, ਔਰ ਹਮੇਸ਼ਾ ਝਗੜੇ ਦੀ ਨੀਤ ਅੱਗੇ ਤੁਰਦੇ ਨੇ। ਤੇ ਦੂਸਰਾ ਸਭ ਤੋਂ ਵੱਡੀ ਗੱਲ ਹੈ ਕਿ 30 ਸਾਲ ਬਾਅਦ ਇਤਨਾ ਵੱਡਾ ਇਕੱਠ ਸ੍ਰੀ ਅਕਾਲ ਤਖਤ ਸਾਹਿਬ ਵੇਲੇ ਇੱਕ ਤੇ ਤਿਲ ਸਿੱਟਣ ਨੂੰ ਜਗ੍ਹਾ ਨਹੀਂ, ਤੇ ਉਹ ਜਿਹੜੇ ਲੋਕ ਸੀਗੇ, ਠੀਕ ਹੈ, ਉਹ ਸ਼ਹੀਦੀ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਗਏ, ਪਰ ਉਹਨਾਂ ਦੀ ਜਿਹੜੀ ਇੱਕ ਵਕਤੇ ਰਾਜ ਦੀ ਮੰਗ ਦੀ ਭਾਵਨਾ ਉਹਨਾਂ ਦੇ ਹਿਰਦੇ ਦੇ ਅੰਦਰ ਸੀ, ਔਰ ਉਹਨੂੰ ਹੀ ਉਹ ਆਪਣੇ ਦਿਲ ਦੇ ਵਿੱਚ ਲੈ ਕੇ ਉੱਥੇ ਗਏ ਸੀ। ਇਹੋ ਹੀ ਗੱਲ ਨੂੰ ਜਿਹੜੀ ਭਾਵਨਾ ਸੀ ਇਹ ਖਾਸ ਤੌਰ ਤੇ ਸਾਰੀ ਦੁਨੀਆ ਦੇ, ਜਿਸ ਤਰ੍ਹਾਂ ਸਿੱਖਾਂ ਨੇ ਇਸ ਦਿਨ ਨੂੰ ਪ੍ਰੋਟੈਸਟ ਕਰਕੇ ਜਾਂ ਜਿਸ ਤਰੀਕੇ ਨਾਲ ਰੋਸ ਮੁਜ਼ਾਹਰੇ ਕੀਤੇ ਆ, ਉਸ ਨੂੰ ਦੁਨੀਆ ਦੀਆਂ ਨਜ਼ਰਾਂ ਦੇ ਵਿੱਚ ਡਿਫਿਊਜ਼ ਕਰਨ ਵਾਸਤੇ ਇਹਨਾਂ ਦੀ ਬੜੀ ਕੋਝੀ ਸਾਜ਼ਿਸ਼ ਸੀ। ਤੇ ਦੇਖੋ, ਜਿਸ ਤਰ੍ਹਾਂ ਸ਼ੁਰੂ 'ਚ ਖਬਰਾਂ ਆਈਆਂ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਇਹਦੇ ਪਿੱਛੇ ਹੱਥ ਹੈ, ਪਰ ਜੇ ਤੁਸੀਂ ਸਾਰੇ ਘਟਨਾਕ੍ਰਮ ਤੇ ਸਾਰੀਆਂ ਵੀਡੀਓ ਕਲਿੱਪਿੰਗ ਦੇਖੋ ਲੋਕਾਂ ਦੀਆਂ, ਜਾਂ ਈਵਨ ਸ਼ੁਰੂ 'ਚ ਜਥੇਦਾਰ ਅਕਾਲ ਤਖਤ ਸਾਹਿਬ ਨੇ ਵੀ ਇਹ ਗੱਲ ਕਹੀ ਆ ਕਿ ਸਿਮਰਨਜੀਤ ਸਿੰਘ ਮਾਨ ਦਾ ਕਸੂਰ ਨਹੀਂ ਸੀ। ਇੱਕ ਸੀਨੀਅਰ ਪੁਲਿਸ ਅਫਸਰ ਨੇ ਵੀ ਕਿਹਾ ਕਿ ਉਹਨਾਂ ਦੇ ਖਿਲਾਫ ਕੋਈ ਕੇਸ ਨਹੀਂ ਬਣਦਾ ਕਿਉਂਕਿ ਉਹਨਾਂ ਦਾ ਕੋਈ
ਪਰ ਫਿਰ ਦੇਖਣ ਵਾਲੀ ਗੱਲ ਹੈ ਕਿ ਜੇ ਸਰਦਾਰ ਸਿਮਰਨਜੀਤ ਸਿੰਘ ਮਾਨ ਜਾਂ ਹੋਰਾਂ ਦਾ ਕਿਸੇ ਫਿਰ ਕਿਹਦਾ ਨਜਾਇਜ਼ ਜਿਹੜੇ ਦੋਸ਼ੀਆਂ ਦੇ ਰੂਪ ਵਿੱਚ ਜਿਹੜੇ ਸਾਡੇ ਤਕਦੀਰ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਸੰਭਵ ਆ ਇਹੋ ਜਿਹੇ ਵੇਲੇ ਜਿਹੜੀਆਂ ਏਜੰਸੀਆਂ ਹੈਗੀਆਂ ਉਹ ਆਪਣਾ ਏਦਾਂ ਦਾ ਕਾਰਾ ਕਰਨ ਤੋਂ ਬਾਅਦ ਨਹੀਂ ਆਉਂਦੀਆਂ ਔਰ ਇਹ ਉਹਨਾਂ ਦੀ ਬੈਨੀਫਿਟ ਗੱਲ ਜਾਂਦੀ ਆ ਕਿ ਉੱਥੇ ਕੋਈ ਝਗੜਾ ਹੋ ਜਾਏ ਤੇ ਜਾਂ ਕੋਈ ਅਜਿਹੀ ਘਟਨਾ ਘਟ ਜਾਵੇ ਇੱਕ ਤਾਂ ਉਹਦੇ ਨਾਲ ਦੀ ਸਾਰੀ ਦੁਨੀਆ ਨੇ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਸਿੱਖਾਂ ਦੀ ਬਦਨਾਮੀ ਕੀਤੀ ਹੈ ਤੇ ਸਾਨੂੰ ਇਸ ਰੰਗ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਝਗੜਾਲੂ ਔਰ ਲੜਾਈ ਲੜਨ ਵਾਲੇ ਕਿਸਮ ਦੇ ਲੋਕ ਹੈਗੇ ਤੇ ਅਸੀਂ ਸਮਝਦੇ ਹਾਂ ਵੀ ਇਸ ਘਟਨਾ ਦਾ ਜਿਹੜਾ ਹੈਗਾ ਇੱਕ ਸਮੁੱਚੇ ਰੂਪ ਵਿੱਚ ਸਾਰੀਆਂ ਜਥੇਬੰਦੀਆਂ ਨੂੰ ਮਿਲ ਕੇ ਇਹਦੀ ਜਾਂਚ ਕਰਨੀ ਚਾਹੀਦੀ ਹੈ ਔਰ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਸਾਹਮਣੇ ਲਾਉਣਾ ਚਾਹੀਦਾ ਜਿਹੜੇ ਬੰਦੇ ਫੜੇ ਆ ਉਹਨਾਂ ਦੀ ਇੰਟਰਵਿਊਜ਼ ਉਹਨਾਂ ਤੋਂ ਪਤਾ ਲੱਗ ਜਾਏਗਾ ਤੇ ਜਾਂ ਸਮੁੱਚਾ ਜਿਹੜਾ ਘਟਨਾਕ੍ਰਮ ਹੈ ਉਹਨੂੰ ਜੇ ਆਪਾਂ ਬਰੀਕੀ ਨਾਲ ਦੇਖੀਏ ਤੇ ਗੱਲ ਸਾਫ਼ ਹੀ ਸਾਹਮਣੇ ਆ ਜਾਂਦੀ ਹੈ ਕਿ ਇਹਦੇ ਵਿੱਚ ਜਿਹੜਾ ਕਸੂਰ ਆ ਉਹ ਕਿਹਦਾ ਹੈਗਾ ਔਰ ਇੱਕ ਜਿਹੜੀ ਸਭ ਤੋਂ ਜ਼ਰੂਰੀ ਗੱਲ ਆ ਉਹ ਇਹ ਆ ਕਿ ਸਾਡੀ ਸਾਰੀ ਜਿਹੜੀ ਰਾਜਨੀਤਿਕ ਤੇ ਧਾਰਮਿਕ ਲੀਡਰਸ਼ਿਪ ਹੈ ਉਹ ਇਸ ਸਿਸਟਮ ਤੇ ਫੇਲ ਹੋਈ ਹੈ ਉਹਦੇ ਵਿੱਚ ਕੋਈ ਅਸੀਂ ਸਮਝਦੇ ਹਾਂ ਵੀ ਜੇ ਇਹ ਸਾਰੇ ਲੀਡਰ ਜਦੋਂ ਇਹ ਘਟਨਾ ਉੱਥੇ ਹੋਈ ਆ ਉਸ ਵੇਲੇ ਅਗਰ ਇਹ ਉੱਥੋਂ ਨਾ ਜਾਂਦੇ ਮੈਂ ਦੂਸਰਾ ਲਫ਼ਜ਼ ਵਰਤਾਂਗਾ ਜੇ ਉੱਥੋਂ ਨਾ ਦੌੜਦੇ ਤੇ ਉੱਥੇ ਹਾਜ਼ਰ ਰਹਿੰਦੇ ਤੇ ਇਹ ਘਟਨਾ ਸ਼ਾਇਦ ਨਾ ਘਟ ਸਰਦਾਰ ਸਿਮਰਨਜੀਤ ਸਿੰਘ ਮਾਨ ਇਹ ਚਲੇ ਗਏ ਉੱਥੋਂ ਬਾਬਾ ਹਰਨਾਮ ਸਿੰਘ ਧੁੰਮਾ ਬਾਕੀ ਹੋਰ ਜਥੇਦਾਰ ਅਗਰ ਇਹ ਘਟਨਾਕ੍ਰਮ ਦੇ ਉੱਪਰ ਖੜੇ ਹੁੰਦੇ ਲੋਕਾਂ ਦੇ ਵਿੱਚ ਆ ਖੜੇ ਹੋ ਜਾਂਦੇ ਤੇ ਮੈਨੂੰ ਲੱਗਦਾ ਨਹੀਂ ਸੀ ਕਿ ਇਹਨਾਂ ਨੂੰ ਅਲੰਘ ਕੇ ਜਾਂ ਇਹਨਾਂ ਨੂੰ ਟੱਪ ਕੇ ਕੋਈ ਬੰਦਾ ਜਾ ਕੇ ਝਗੜਾ ਕਰਨ ਦੀ ਕੋਸ਼ਿਸ਼ ਕਰਦਾ ਮੈਂ ਸਮਝਦਾ ਜਿੱਥੇ ਏਜੰਸੀਆਂ ਜਾਂ ਜਿਹੜੇ ਲੋਕਾਂ ਨੇ ਸ਼ਰਾਰਤ ਕੀਤੀ ਆ ਜਿੱਥੇ ਉਹ ਆਪਣੇ ਘਿਨਾਉਣੇ ਮਨਸੂਬੇ ਵਿੱਚ ਕਾਮਯਾਬ ਹੋਏ ਆ ਔਰ ਸਾਡੀ ਲੀਡਰਸ਼ਿਪ ਧਾਰਮਿਕ ਵੀ ਤੇ ਸਿਆਸੀ ਪੂਰੀ ਤਰ੍ਹਾਂ ਇਹਦੇ ਵਿੱਚ ਫੇਲ ਹੋਈ ਆ ਔਰ ਸਾਰੀ ਦੁਨੀਆ ਵਿੱਚ ਜਿੱਥੇ ਜਿੱਥੇ ਵੀ ਗੁਰਸਿੱਖ ਭਾਈ ਬੈਠੇ ਉਹਨਾਂ ਸਾਰਿਆਂ ਤੇ ਹਿਰਦਿਆਂ ਨੂੰ ਇੱਕ ਬਹੁਤ ਇੱਕ ਡੂੰਘੀ ਜਿਹੜੀ ਚੀਜ਼ ਉਹ ਪਹੁੰਚੀ ਤੇ ਵੀਰ ਜੀ ਤੁਸੀਂ ਗੱਲ ਕੀਤੀ ਕਿ ਇਸ ਘਟਨਾਕ੍ਰਮ ਨੂੰ ਰੋਕਿਆ ਜਾ ਸਕਦਾ ਸੀ ਅਗਰ ਸਿਮਰਨਜੀਤ ਸਿੰਘ ਮਾਨ ਜਾਂ ਧੁੰਮਾ ਜੀ ਸਾਹਿਬ ਉੱਥੇ ਮੌਜੂਦ ਹੁੰਦੇ ਪਰ ਵੀਰ ਜੀ ਅਗਰ ਇਸ ਤਰ੍ਹਾਂ ਦੀ ਘਟਨਾਕ੍ਰਮ ਫਿਊਚਰ ਦੇ ਵਿੱਚ ਵਾਪਰ ਜਾਣੇ ਤਾਂ ਕਿਸ ਤਰ੍ਹਾਂ ਇਸ ਨੂੰ ਘਟਨਾਕ੍ਰਮ ਨੂੰ ਅਸੀਂ ਰੋਕ ਸਕਦੇ ਹਾਂ ਤੁਸੀਂ ਦੁਬਾਰਾ ਤੁਹਾਡਾ ਸਵਾਲ ਐਸੇ ਫਿਊਚਰ ਦੇ ਵਿੱਚ ਇਸ ਤਰ੍ਹਾਂ ਦੀ ਘਟਨਾਕ੍ਰਮ ਨੂੰ ਅਸੀਂ ਕਿਸ ਤਰ੍ਹਾਂ ਰੋਕ ਸਕਦੇ ਹਾਂ ਦੇਖੋ ਮੈਂ ਗੱਲ ਕਰਾਉਣਾ ਵੀ ਅਗਰ ਸਾਡੀ ਲੀਡਰਸ਼ਿਪ ਜਿਹੜੀ ਹੈਗੀ ਆ ਧਾਰਮਿਕ ਵੀ ਸਿਆਸੀ ਵੀ ਤੁਸੀਂ ਸਿੰਪਲੀ ਜਦੋਂ ਲੋਕ ਇੱਕ ਦੂਜੇ ਵੱਲ ਭੱਜ ਰਹੇ ਨੇ ਇਹ ਸਾਰੇ ਲੋਕਾਂ ਨੇ ਕੰਮ ਹਮਲਾ ਅੰਦਰ ਨੂੰ ਜਾਣ ਨੂੰ ਕੋਸ਼ਿਸ਼ ਨੇ ਤੇ ਜੇ ਜਿਹੜੀ ਆਪਣੀ ਲੀਡਰਸ਼ਿਪ ਆ ਉਹਦੇ ਵਿਚਾਰ ਆ ਕੇ ਖੜੀ ਹੁੰਦੀ ਲੋਕਾਂ ਨੂੰ ਅਪੀਲ ਕਰਦੇ ਵੀ ਤੁਸੀਂ ਇਹ ਕੰਮ ਨਾ ਕਰੋ ਪਬਲਿਕ ਐਡਰੈਸ ਦੇ ਉੱਪਰ ਜਾਂ ਆਪ ਉੱਥੇ ਹਾਜ਼ਰ ਹੋ ਕੇ ਅਪੀਲ ਕਰਦੇ ਤੇ ਮੈਂ ਸਮਝਦਾ ਵੀ ਇਹ ਗੱਲ ਕਾਫੀ ਹੱਦ ਤੱਕ ਜੀ ਤੇ ਵੀਰ ਜੀ ਜਿਸ ਤਰ੍ਹਾਂ ਜਥੇਦਾਰ ਅਕਾਲ ਤਖਤ ਸਾਹਿਬ ਦੇ ਬਿਆਨ ਆਏ ਸੀਗੇ ਟੀਵੀ ਤੇ ਕਿ ਉਹਨਾਂ ਨੇ ਕਿਹਾ ਸੀ ਕਿ ਸਿਮਰਨਜੀਤ ਸਿੰਘ ਮਾਨ ਜੀ ਦੇ ਇਸ ਦੇ ਨਾਲ ਕੁਝ ਲੈਣਾ ਦੇਣਾ ਨਹੀਂ ਉਹ ਜਦੋਂ ਚਲੇ ਗਏ ਸੀਗੇ ਉਸ ਤੋਂ ਬਾਅਦ ਸਾਰੀ ਜਿਹੜੀ ਜਨਤਾ ਉਹ ਭੜਕੀ ਹੈ ਉਸ ਤੋਂ ਬਾਅਦ ਜਿਹੜੀ ਏਜੰਸੀਆਂ ਸੀਗੀਆਂ ਜਾਂ ਫਿਰ ਟਾਸਕ ਫੋਰਸ ਦੇ ਵਿੱਚ ਇੱਕਦਮ ਝਗੜਾ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਨੇ ਬੋਰੀਆਂ ਮੰਗਾ ਕੇ ਉਸ ਤੋਂ ਬਾਅਦ ਕਿਰਪਾਨਾਂ ਕੱਢ ਕੇ ਸਾਡੀ ਲੜਾਈ ਹੋਈ ਹੈ ਇਸ ਬਾਰੇ ਤੁਸੀਂ ਕੁਝ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਦੇਖੋ ਇਹਦੇ ਮੈਂ ਸਮਝਦਾ ਇਹ ਸਾਰੇ ਜਿਸ ਤਰ੍ਹਾਂ ਪਹਿਲਾਂ ਵੀ ਮੈਂ ਕਿਹਾ ਵੀ ਸਾਰੇ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਜਥੇਦਾਰ ਸਾਹਿਬ ਵੀ ਬੜੇ ਅਫਸੋਸ ਦੀ ਗੱਲ ਹੈ ਕਿ ਬਾਰ-ਬਾਰ ਆਪਣੇ ਉਹ ਬਿਆਨ ਵੀ ਬਦਲ ਰਹੇ ਪਹਿਲਾਂ ਉਹਨਾਂ ਨੇ ਕਿਹਾ ਵੀ ਸਿਮਰਜੀਤ ਸਿੰਘ ਮਾਨ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਦੂਸਰੇ ਦਿਨ ਉਹਨਾਂ ਦੀ ਸਟੇਟਮੈਂਟ ਆ ਗਈ ਕਿ ਮੈਂ ਨਾ ਤਾਂ ਕਿਸੇ ਨੂੰ ਦੋਸ਼ੀ ਠਹਿਰਾ ਰਿਹਾ ਨਾ ਹੀ ਬਰੀ ਕਰ ਰਿਹਾ ਸਰਦਾਰ ਅਵਤਾਰ ਸਿੰਘ ਮੱਕੜ ਜਿਹੜੇ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਉਹ ਬਾਰ-ਬਾਰ ਇਹ ਗੱਲ ਕਹਿ ਰਹੇ ਨੇ ਕਿ ਇਹਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਕਸੂਰ ਹੈ ਜਿਹੜੀ ਕਿ ਬਿਲਕੁਲ ਸਿਆਸੀ ਉਹਨਾਂ ਦਾ ਇਹ ਫੈਸਲਾ ਕੁਛ ਲੋਕ ਜਿਹੜੀਆਂ ਸਾਡੀਆਂ ਗਰਮ ਸੁਰ ਵਾਲੀਆਂ ਧਿਰਾਂ ਆ ਉਹਨਾਂ ਨੂੰ ਮੇਰੇ ਭਾਈ ਹਰਪਾਲ ਸਿੰਘ ਚੀਮਾ ਜਿਹੜੇ ਕਿ ਪ੍ਰਧਾਨ ਨੇ ਅੱਜ ਕੱਲ ਪੰਜ ਪ੍ਰਧਾਨ ਨੇ ਉਹਨਾਂ ਨਾਲ ਵੀ ਗੱਲ ਹੋਈ ਹੈ ਈਵਨ ਆਪਣੇ ਕੰਵਰਪਾਲ ਸਿੰਘ ਬਿੱਟੂ ਜਾਂ ਦਲ ਵਾਲੇ ਜਿਨ੍ਹਾਂ ਨੂੰ ਇਹ ਦੋਸ਼ੀ ਹੋਰ ਲੋਕ ਵੀ ਠਹਿਰਾ ਰਹੇ ਨੇ ਉਹ ਤਾਂ ਬਿਲਕੁਲ ਪਿੱਛੇ ਸੀ
ਨਾਲੇ ਪਿਛਲੇ ਆਪਾਂ 8-10 ਸਾਲ ਦਾ ਜਾਂ ਘਟਨਾ ਤੇ ਨਿਗਾਹ ਮਾਰੀਏ, ਇਹਨਾਂ ਦੇ ਟਰੈਕ ਰੈਕਡ 'ਚ ਕੋਈ ਏਦਾਂ ਦੀ ਗੱਲ ਨਹੀਂ ਹੈਗੀ ਵੀ ਇਹਨਾਂ ਲੋਕਾਂ ਨੇ ਕਦੇ ਵੀ ਗੁਰੂ ਸਥਾਨਾਂ 'ਚ ਜਾ ਕੇ ਝਗੜਾ ਕਰਨ ਦੀ ਕੀਤੀ ਹੋਵੇ। ਸੋ ਮੈਂ ਸਮਝਦਾ ਵੀ ਇਹਦੇ ਨਾਲ ਇਸ ਦੀ ਜਾਂਚ ਹੋਣੀ ਚਾਹੀਦੀ ਆ ਤੇ ਸਾਨੂੰ ਕਿਸੇ ਵੀ ਕਨਕਲੂਜਨ ਤੇ ਜੰਪ ਨਹੀਂ ਕਰਨਾ ਚਾਹੀਦਾ ਵੀ ਆਹ ਹੋ ਗਿਆ ਤੇ ਬਕਾਇਦਾ ਇਹਨਾਂ ਜਾਂਚ ਕਰਕੇ ਹੀ ਇਹਦੇ ਜਿਹੜੇ ਨਤੀਜੇ ਆ ਉਹ ਕੱਢਣੇ। ਹਾਂਜੀ ਜੀ ਬਿਲਕੁਲ। ਤੇ ਵੀਰ ਜੀ ਥੈਂਕ ਯੂ ਸੋ ਮਚ ਤੁਹਾਡੇ ਆਪਣੇ ਤੁਸੀਂ ਵਿਊ ਪੁਆਇੰਟ ਦੇਣ ਲਈ। ਐਂਡ ਸਾਡਾ ਹੁਣ ਵਕਤ ਇਜਾਜ਼ਤ ਨਹੀਂ ਦੇ ਰਿਹਾ ਕਿ ਤੁਹਾਨੂੰ ਅਸੀਂ ਅੱਗੇ ਕੁਐਸਚਨ ਪੁੱਛੀਏ। ਹੁਣ ਤੁਹਾਡੇ ਕੋਲ ਅਸੀਂ ਇੱਥੇ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ। ਵਿਊਅਰਸ, ਵਕਤ ਹੋ ਗਿਆ ਛੋਟੇ ਜਿਹੇ ब्रेक तक। कीप वाचिंग न्यूज़ TV 84। We'll be right back after a short break.